ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀਓ ਕੇ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਜਾਏ। ਹੇ ਕਬੀਰ, ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ ਸਾਧ ਸਮਝਦਾ ਫਿਰਦਾ ਹੈ, ਇਸ ਨੇ ਆਪਣਾ ਮਨ ਨਹੀਂ ਮੁੰਨਿਆ, ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ। ਸਿਰ ਦੇ ਕੇਸ ਮੁਨਾਇਆ ਤਾਂ ਇਹ ਸਾਧੂ ਨਹੀਂ ਬਣ ਗਿਆ। ਜਿਸ ਵੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ, ਮਨ ਹੀ ਕਰਦਾ ਹੈ। ਜੇ ਸਾਧੂ ਬਣਨ ਦੀ ਖਾਤਰ ਹੀ ਸਿਰ ਮੁਨਾਇਆ ਹੈ ਤਾਂ ਸਿਰ ਮਨਾਉਣਾ ਵਿਅਰਥ ਹੈ। ਕਬੀਰ ਰਾਮ ਨਾ ਛੋਡੀਐ, ਤਨ ਧਨ ਜਾਏ ਤ ਜਾਓ। ਚਰਨ ਕਮਲ ਚਿਤ ਬੇਦਿਆ, ਰਾਮਹਿ ਨਾਮ ਸਮਾਓ। ਹੇ ਕਬੀਰ, ਪਰਮਾਤਮਾ ਦਾ ਨਾਮ ਕਦੇ ਨਾ ਭੁਲਾਈਏ। ਜੇ ਨਾਮ ਸਿਮਰਦਿਆਂ ਸਾਡਾ ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ, ਪਰ ਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਜ਼ਰੂਰ ਵਿਝਿਆ ਰਹੇ, ਪਰਮਾਤਮਾ ਦੇ ਨਾਮ ਵਿੱਚ ਜ਼ਰੂਰ ਸਮਾਇਆ ਰਹੇ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੇ, ਚਲੇ ਬਜਾਵਨ ਹਾਰ। ਤਨ ਧਨ ਜਾਣ ਤੇ ਵੀ ਜੇ ਮੇਰਾ ਮਨ ਰਾਮੇ ਨਾਮ ਸਮਾਇਆ ਰਹੇ ਤਾਂ ਇਹ ਸੌਦਾ ਬੜਾ ਸਸਤਾ ਹੈ। ਕਿਉਂਕਿ ਹੇ ਕਬੀਰ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਰੀਰਕ ਮੋਹ ਦਾ ਜਿਹੜਾ ਵਾਜਾ ਮੈਂ ਸਦਾ ਵਜਾਉਂਦਾ ਰਹਿੰਦਾ ਸਾਂ, ਹੁਣ ਨਾਮ ਸਿਮਰਤ ਦੀ ਬਰਕਤ ਨਾਲ ਉਸ ਦੀਆਂ ਮੋਹ ਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ ਹਨ। ਦੇਹ ਅਧਿਆਸ ਦਾ ਇਹ ਵਿਚਾਰਾ ਵਾਜਾ ਹੁਣ ਕੀ ਕਰ ਸਕਦਾ ਹੈ? ਭਾਵ ਨਾਮ ਦੀ ਬਰਕਤ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। ਸਰੀਰਕ ਮੋਹ ਤਾਂ ਕਿਤੇ ਰਿਹਾ, ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ। ਕਬੀਰ ਮਾਏ ਮੁੰਡੋ ਤਿਹ ਗੁਰੂ ਕੀ, ਜਾਤੇ ਭਰਮ ਨ ਜਾਏ। ਆਪ ਡੁਬੇ ਚਹੁ ਬੇਦ ਮਹਿ, ਚੇਲੇ ਦੀਏ ਬਹਾਏ। ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ ਪੁਰੋਹਿਤ ਬਣਨਾ ਚਾਹੁੰਦਾ ਹੈ। ਪਰ ਹੇ ਕਬੀਰ, ਮੈਂ ਅਜਿਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ ਇਸ ਦੇ ਰਾਹ ਤੇ ਤੁਰਿਆਂ ਸਰੀਰਕ ਮੋਹ ਦੀ ਭਟਕਣਾ ਦੂਰ ਨਹੀਂ ਹੋ ਸਕਦੀ। ਇਹ ਲੋਕ ਆਪ ਵੀ ਚੌਹਾਂ ਵੇਦਾਂ ਦੇ ਕਰਮ ਕਾਂਡ ਵਿੱਚ ਪੈ ਕੇ ਦੇਹ ਅਧਿਆਸ ਦੇ ਡੂੰਘੇ ਪਾਣੀਆਂ ਵਿੱਚ ਡੁੱਬੇ ਹੋਏ ਹਨ। ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ, ਉਹਨਾਂ ਨੂੰ ਵੀ ਇਹਨਾਂ ਉਸੇ ਮੋਹ ਵਿੱਚ ਰੋੜ ਦਿੱਤਾ ਹੈ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੇ ਦੁਰਾਏ। ਪ੍ਰਗਟ ਭਏ ਨਿਦਾਨ ਸਭ, ਜਬ ਪੁੱਛੇ ਧਰਮ ਰਾਏ। ਪਰਮਾਤਮਾ ਦੀ ਯਾਦ ਭੁਲਾਇਆ ਮਨੁੱਖ ਸਰੀਰਕ ਮੋਹ ਦੇ ਵਹਿਣ ਵਿੱਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ। ਤਿਲਕ ਮਾਲਾ ਪੂਜਾ ਧੋਤੀ ਆਦਿਕ ਧਰਮ ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ, ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਹੇ ਕਬੀਰ, ਜੋ ਜੋ ਪਾਪ ਕੀਤੇ ਜਾਂਦੇ ਹਨ, ਭਾਵੇਂ ਉਹ ਪਾਪ ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ, ਫਿਰ ਵੀ ਜਦੋਂ ਧਰਮਰਾਜ ਪੁੱਛਦਾ ਹੈ, ਉਹ ਪਾਪ ਆਖਰ ਸਾਰੇ ਉਗੜ ਆਉਂਦੇ ਹਨ। ਭਾਵ ਵੇਦ ਆਦਿਕਾਂ ਦਾ ਕਰਮ ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ। ਬਾਹਰਲੇ ਧਰਮ ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ। ਕਬੀਰ ਹਰਿ ਕਾ ਸਿਮਰਨ ਛਾੜ ਕੇ, ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਦ। ਹੇ ਕਬੀਰ, ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ। ਟੱਬਰ ਦੀ ਖਾਤਰ ਜਗਤ ਦੇ ਧੰਦੇ ਕਰਦਾ ਤੇ ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ ਆਖਰ ਆਤਮਕ ਮੌਤ 'ਤੇ ਮਰ ਜਾਂਦਾ ਹੈ। ਇਸ ਆਤਮਕ ਮੌਤ ਤੋਂ ਕੋਈ ਰਿਸ਼ਤੇਦਾਰ ਬਚਾਉਣ ਜੋਗਾ ਨਹੀਂ ਹੁੰਦਾ। ਕਬੀਰ ਹਰਿ ਕਾ ਸਿਮਰਨ ਛਾੜ ਕੇ, ਰਾਤ ਜਗਾਵਨ ਜਾਏ। ਸਰਪਨ ਹੋਏ ਕੇ ਅਵਤਰੇ, ਜਾਏ ਆਪਣੇ ਖਾਏ। ਹੇ ਕਬੀਰ, ਪਰਮਾਤਮਾ ਦੇ ਸਿਮਰਨ ਤੋਂ ਵਾਂਝੀ ਰਹਿਣ ਕਰਕੇ ਹੀ ਕੋਈ ਔਤਰੀ ਜਾਹਲ ਜਨਾਨੀ ਰਾਤ ਨੂੰ ਮਸਾਣ ਜਗਾਉਣ ਲਈ ਮਸਾਨ ਭੂਮੀ ਵਿੱਚ ਜਾਂਦੀ ਹੈ, ਪਰ ਮੰਦੇ ਕੰਮਾਂ ਤੋਂ ਸੁੱਖ ਕਿੱਥੇ। ਅਜਿਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਉਣ ਪਿੱਛੋਂ ਸੱਪਣੀ ਬਣ ਕੇ ਜੰਮਦੀ ਹੈ ਤੇ ਆਪਣੇ ਹੀ ਬੱਚੇ ਖਾਂਦੀ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ, ਹੋਈ ਰਾਖੈ ਨਾਰ। ਗਦਹੀ ਹੋਏ ਕੇ ਅਵਤਰੇ, ਭਾਰ ਸਹਿ ਮਨ ਚਾਰ। ਹੇ ਕਬੀਰ, ਰਾਮ ਨਾ ਛੋਡੀਏ
ਤਨ ਧਨ ਜਾਏ ਤਾਂ ਜਾਓ, ਨਹੀਂ ਤਾਂ ਰਾਮ ਰਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮੂਰਖ ਇਸਤਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ। ਤੇ ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ। ਸੋ ਉਹ ਮੂਰਖ ਇਸਤਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ 4 ਮਨ ਭਾਰ ਢੋਂਦੀ ਹੈ। ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ, ਸੂਰੀ ਉਪਰ ਖੇਲਣਾ, ਗਿਰੈ ਤਾਂ ਠਾਹਰ ਨਾਹੇ। ਹੇ ਕਬੀਰ, ਦੁਨੀਆ ਦੇ ਸਹਿਮਾਂ ਭਰਮਾਂ ਵਹਿਮਾਂ ਤੋਂ ਬਚਣ ਲਈ ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੀ ਯਾਦ ਕਰ। ਪਰ ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ। ਜਾਤ ਅਭਿਮਾਨ, ਨਿੰਦਾ, ਕੁਸੰਗ, ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ। ਪ੍ਰਭੂ ਦਾ ਸਿਮਰਨ ਸੂਲੀ ਉੱਤੇ ਚੜ੍ਹਨ ਸਮਾਨ ਹੈ। ਇਸ ਸੂਲੀ ਤੋਂ ਡਿੱਗਿਆਂ ਹੀ ਭਾਵ ਸਿਮਰਨ ਦੀ ਇਹ ਅਤ ਔਖੀ ਕਾਰ ਛੱਡਿਆਂ ਵੀ ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ ਦੁਨੀਆ ਦੇ ਦੁੱਖ ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ ਹੋਰ ਕੋਈ ਆਸਰਾ ਵੀ ਨਹੀਂ ਹੈ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋਗ੍ਰਾਮ। ਇਸ ਵਾਸਤੇ ਇਹ ਕਬੀਰ ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ। ਉਸ ਸਰੀਰ ਵਿਚਾਰੇ ਦੀ ਕੀ ਗੱਲ ਹੈ। ਉਸ ਸਰੀਰ ਦਾ ਪਵਿੱਤਰ ਹੋਣਾ ਤਾਂ ਇੱਕ ਨਿੱਕੀ ਜਿਹੀ ਗੱਲ ਹੈ। ਨਿਰਾ ਉਹ ਸਰੀਰ ਤਾਂ ਕਿਤੇ ਰਿਹਾ, ਉਹ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ। ਕਬੀਰ ਸੋਈ ਕੁਲ ਭਲੀ, ਜਾ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਸੋ ਕੁਲ ਢਾਕ ਪਲਾਸ। ਹੇ ਕਬੀਰ, ਜਿਸ ਕੁਲ ਵਿੱਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪ੍ਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ। ਜਿਸ ਕੁਲ ਵਿੱਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪ੍ਰਗਟਦਾ, ਉਹ ਕੁਲ ਢਾਕ ਪਲਾਹ ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ। ਕਬੀਰ ਹੈ ਗਏ ਬਾਹਨ ਸਗਨ, ਘਨ ਲਾਖ ਤਜਾ ਫਹਰਾਹੇ, ਇਆ ਸੁਖ ਤੇ ਭਿੱਖਾ ਪਲੀ, ਜੋ ਹਰ ਸਿਮਰਤ ਦਿਨ ਜਾਹੇ। ਹੇ ਕਬੀਰ, ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ ਮਹਿਲਾਂ ਉੱਤੇ ਲੱਖਾਂ ਝੰਡੇ ਝੂਲਦੇ ਹੋਣ, ਇਤਨਾ ਤੇਜ ਪ੍ਰਤਾਪ ਵੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ ਭਾਗ ਕਿਸੇ ਕੰਮ ਦਾ ਨਹੀਂ ਹੈ। ਜੇ ਪਰਮਾਤਮਾ ਦਾ ਸਿਮਰਨ ਕਰਦਿਆਂ ਜ਼ਿੰਦਗੀ ਦੇ ਦਿਨ ਗੁਜ਼ਰਨ ਤਾਂ ਉਸ ਸਿਮਰਨਹੀਨ ਰਾਜ ਭਾਗ ਦੇ ਸੁੱਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗਤੇ ਫਕੀਰ ਖਾਂਦੇ ਹਨ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਹੇ ਕਬੀਰ, ਢੋਲ ਮੋਢਿਆਂ ਤੇ ਰੱਖ ਕੇ ਮੈਂ ਵਜਾਂਦਾ ਫਿਰਿਆ ਹਾਂ ਤੇ ਸਾਰਾ ਜਗਤ ਗਾਇਆ ਹੈ। ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਇਸ ਰਾਜ ਭਾਗ ਮਹਿਲ ਮਾੜੀਆਂ ਸਾਕ ਸੰਬੰਧੀ ਵਿੱਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਵੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ। ਸੋ ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਵੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਹੈ। ਅਸਲ ਸਾਥੀ ਸਿਰਫ ਪਰਮਾਤਮਾ ਦਾ ਨਾਮ ਹੈ। ਇਸ ਵਾਸਤੇ ਰਾਮ ਨਾ ਛੋਡੀਏ, ਤਨ ਧਨ ਜਾਏ ਤਾਂ ਜਾਓ। ਮਾਰਗ ਮੋਤੀ ਬੀਥਰੇ, ਅੰਦਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਪਰਮਾਤਮਾ ਦੇ ਗੁਣ ਮਾਨੋ ਮੋਤੀ ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ ਰਸਤੇ ਵਿੱਚ ਖਿਲਰੇ ਹੋਏ ਹਨ। ਭਾਵ ਇਹ ਮੋਤੀ ਲੈਣ ਵਾਸਤੇ ਕੋਈ ਧਨ ਪਦਾਰਥ ਨਹੀਂ ਖਰਚਣਾ ਪੈਂਦਾ, ਪਰ ਇੱਥੇ ਗਿਆਨਹੀਨ ਅੰਨਾ ਮਨੁੱਖ ਆ ਅਪੜਿਆ ਹੈ। ਪਰਮਾਤਮਾ ਦੀ ਬਖਸ਼ੀ ਹੋਈ ਗਿਆਨ ਦੀ ਜੋਤ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ। ਮਨੁੱਖਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਕਦਰ ਨਹੀਂ ਪੈਂਦੀ। ਪ੍ਰਭੂ ਆਪ ਹੀ ਮਿਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ। ਬੂਢਾ ਬੰਸ ਕਬੀਰ ਕਾ, ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੇ, ਘਰ ਲੈ ਆਇਆ ਮਾਲ। ਹੇ ਗਏ ਬਾਹਨ ਸਗਨ ਘਨ ਅਤੇ ਲਾਖ ਧਜਾ ਵਿੱਚੋਂ ਕੋਈ ਕਾਹੂ ਕੋ ਨਹੀਂ, ਇਹ ਗੱਲ ਮੈਂ ਡਿੱਠੀ ਟੋਕ ਬਜਾਈ। ਫਿਰ ਵੀ ਜੇ ਮੇਰਾ ਮੂਰਖ ਮਨ ਨੀਵੀਂ ਅਵਸਥਾ ਤੇ ਆ ਅਪੜਿਆ ਹੈ ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ, ਅੱਖਾਂ ਕੰਨ ਨੱਕ ਆਦਿਕ ਸਾਰੇ ਹੀ ਇੰਦਰੀਆਂ ਦਾ ਟੋਲਾ ਵਿਕਾਰਾਂ ਵਿੱਚ ਜ਼ਰੂਰ ਡੁੱਬ ਗਿਆ ਜਾਣੋ। ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ
माया दा मोह वसा लिया है। कबीर साधु को मिलने जाइए, साथ न लीजै कोय, पाछे पाओ न दीजिए, आगे होए सो होए। हे कबीर, राम न छोड़िए, तन धन जाए तो जाओ, पर प्रभु का नाम सिर्फ उन्हां तो मिलता है जिन्हां अपने मन नूं साध के रखिया होया है। जो आप साधु ਹਨ सो साधु की संगत करनी चाहिए है। पर जे किसी साधु गुरमुख के दर्शन करन जाइए तो किसी नूं अपने नाल नहीं लै जाना चाहिए। कोई साथ उड़ीकना नहीं चाहिए जान वास्ते, कोई होर आसरा नहीं ढूंढने चाहिए। मता कोई ममता स्पद्दा साथी ढिल मठ ही कर देवे। किसे गुरमुख का दीदार करन गया कदे पैर पिछा ना रखिए, कदे आलस ना करिए, सगों उधर जांदियां जे कोई औखियाई भी आवे तां पई आवे। कबीर जग बांध्यो जह जेवरी, तेह मत बंधो कबीर, जे है आटा लून ज्यों सोन समान शरीर। हे कबीर, माया मोह दी जिस रस्सी नाल जगत दा हरेक जीव बज्झा पिया है, उस रस्सी नाल अपने आप नूं बज्झण ना देई। ਇਹ ਸੋਨੇ ਵਰਗਾ ਕੀਮਤੀ ਮਨੁੱਖਾ ਸਰੀਰ ਮਿਲਿਆ ਹੈ। ਜੇ ਤੂੰ ਮੋਹ ਦੀ ਰੱਸੀ ਵਿੱਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ ਪਰਮਾਤਮਾ ਦਾ ਸਿਮਰਨ ਛੱਡ ਬੈਠਾ ਤਾਂ ਸਸਤੇ ਭਾ ਅਜਾਈ ਤਬਾਹ ਹੋ ਜਾਏਗਾ। ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾਹ, ਅਜਹੂ ਜਿਉ ਨਾ ਛੋੜਈ ਰੰਕਾਈ ਨੈਨਾਹ। ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜਬੰਦ ਨਹੀਂ ਹੁੰਦਾ। हे कबीर, परमात्मा दे सिमरन तो खुंज के माया मोह की रस्सी विच बज्झे होया दा हाल जे तू समझना है तां वेख के मौत सिर उत्ते आ अपड़दी है। शरीर आत्मा दे विछड़न ते ढह ढेरी होण वाला हुंदा है, फिर भी मौत दी जेवड़ी नाल बज्झा होया जीव सैनता नाल ही पिछले संबंधियां नूं समझांदा है। उस वेले भी प्रभु चेते नहीं आउंदा, अजे भी जीव अखां दी कंगालता नहीं छड्डदा। कबीर नैन निहारो तुझको, श्रवण सुनो तोय नाओ, बैन उचरो तो नाम जी, चरण कमल रिद ठाओ। हे कबीर, प्रभु दर ते अरदास कर ते आख, हे प्रभु, तैनू विसार के जिस मोह जेवड़ी नाल जगत बज्झा पिया है ते मरण दे वेले तक भी अखां दी कंगालता नहीं छड्डदा, मेहर कर। उस जेवड़ी तो बचन लई मैं अपनियां अखां नाल हर पासे तेरा ही दीदार करदा रहा, तेरा ही नाम मैं अपने कन्नां नाल सुनदा रहा। जीव नाल बचना द्वारा मैं तेरा ही नाम उचारदा रहा अते सोहणे तेरे चरनां नूं अपने हिरदे विच थां देई रखां। कबीर सुरग नरक ते मैं रहयो, सतगुर के प्रसाद, चरण कमल की मौज मह रहो अंत अर आद। हे कबीर, ਆਪਣੇ ਸਤਿਗੁਰ ਦੀ ਕਿਰਪਾ ਨਾਲ ਮੈਂ ਸੁਰਗ ਦੀ ਲਾਲਸਾ ਤੇ ਨਰਕ ਦੇ ਡਰ ਤੋਂ ਬਚ ਗਿਆ ਹਾਂ। ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਯਾਦ ਦੇ ਹੁਲਾਰੇ ਵਿੱਚ ਰਹਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।